हेलो दोस्तों, ਅੱਜ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ ਨੈਕਸਟ ਟੌਪਿਕ ਅੰਕ ਗਣਿਤਕ ਲੜੀਆਂ ਅਰਿਥਮੈਟਿਕ ਪ੍ਰੋਗਰੈਸ਼ਨ ਜਿਨ੍ਹਾਂ ਨੂੰ ਸ਼ਾਰਟ ਫਾਰਮ ਚ ਆਪਾਂ AP ਵੀ ਬੋਲਦੇ ਹਾਂ ਉਸ ਬਾਰੇ ਗੱਲ ਕਰਨ ਜਾ ਰਹੇ ਹਾਂ। ਅੰਕ ਗਣਿਤਕ ਲੜੀਆਂ ਕੀ ਹੁੰਦੀਆਂ ਨੇ? ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੇ ਪੈਟਰਨ ਨਮੂਨਿਆਂ ਨੂੰ ਦੇਖਦੇ ਹਾਂ, ਜਿਵੇਂ ਫੁੱਲ ਦਾ ਡਿਜ਼ਾਈਨ ਹੋ ਗਿਆ, ਫੁੱਲ ਦੇ ਵਿੱਚ ਪੱਤੀਆਂ ਦਾ ਹੋ ਗਿਆ, ਕੋਈ ਵੀ ਪੌਦਾ ਜਾਂ ਫੁੱਲ ਦੀ ਗੱਲ ਕਰਦੇ ਹਾਂ। ਆਪਾਂ ਟਾਈਲਾਂ ਦਾ ਡਿਜ਼ਾਈਨ ਦੇਖਦੇ ਹਾਂ, ਜਦੋਂ ਘਰੇ ਜਾਂਦੇ ਕਿਸੇ ਕੰਧ ਤੇ ਜਾਂ ਟਾਈਲਾਂ ਡਿਜ਼ਾਈਨ ਬਣੇ ਹੁੰਦੇ ਨੇ ਤਾਂ ਉਹ ਕਿਸੇ ਨਾ ਕਿਸੇ ਸਿਸਟਮ ਦੇ ਵਿੱਚ ਹੁੰਦੇ ਨੇ। ਤਾਂ ਉਸ ਦੇ ਲਈ ਕੁਝ ਉਦਾਹਰਨ ਲੈ ਕੇ ਚੱਲਦੇ ਹਾਂ ਵੀ ਉਸ ਕਿਵੇਂ ਸਿਸਟਮ ਦੇ ਵਿੱਚ ਹੁੰਦੇ ਆ। ਕਈ ਤਰ੍ਹਾਂ ਦੇ ਸਿਸਟਮ ਨੇ, ਜਿਵੇਂ 5 8 11 14 ਹੋ ਸਕਦਾ ਪਹਿਲੇ ਲੇਅਰ 'ਚ 5 ਹੋਣ, ਫਿਰ 8 ਹੋਣ, ਫਿਰ 11 ਹੋਣ, 14 ਹੋਣ, ਜਾਂ 2 4 8 16 ਇਹ ਵੀ ਹੋ ਸਕਦਾ ਹੈ, ਜਾਂ 1/2 1/4 1/6 1/8 ਇਸ ਤਰੀਕੇ ਨਾਲ ਵੀ ਹੋ ਸਕਦਾ ਹੈ। ਘਾਤ ਵੀ ਹੋ ਸਕਦੀ ਹੈ, 3 ਦੀ ਘਾਤ 1 3 ਦੀ ਘਾਤ 2 3 ਦੀ ਘਾਤ 3 3 ਦੀ ਘਾਤ 4 ਇਹ ਵੀ ਡਿਜ਼ਾਈਨ ਇਸ ਅਕੋਰਡਿੰਗ ਸੰਖਿਆਵਾਂ ਉਹਦੇ ਵਿੱਚ ਹੋ ਸਕਦੀਆਂ ਨੇ। 5 5 5 5 ਫਿਕਸ ਵੀ ਸੰਖਿਆਵਾਂ ਆਪਣੇ ਕੋਲ ਉਹਦੇ ਵਿੱਚ ਹੋ ਸਕਦੀਆਂ। 1/2 2/3 3/4 4/5 5/6 ਤਾਂ ਇਸ ਤਰੀਕੇ ਨਾਲ ਵੀ ਆਪਣੇ ਕੋਲ ਸੰਖਿਆਵਾਂ ਹੋ ਸਕਦੀਆਂ। ਤਾਂ ਜਦੋਂ ਆਪਾਂ ਇੱਕ ਲੜੀਆਂ ਦੀ ਸਟੱਡੀ ਕਰੀਏ ਤਾਂ ਆਪਾਂ ਕੀ ਦੇਖਦੇ ਹਾਂ, ਇਸ ਲੜੀ ਦੇ ਵਿੱਚ ਕੀ ਹੋ ਰਿਹਾ ਹੈ, 5 ਤੋਂ ਬਾਅਦ 8 ਆ ਗਿਆ, 8 ਤੋਂ ਬਾਅਦ 11 ਆ ਗਿਆ, 11 ਤੋਂ ਬਾਅਦ 14 ਆ ਗਿਆ, ਤਾਂ ਹਰੇਕ ਸੰਖਿਆ ਪਿਛਲੀ ਸੰਖਿਆ ਤੋਂ 3 ਵੱਧ ਰਹੀ ਹੈ। ਇੱਥੇ ਦੇਖੀਏ 2 ਤੋਂ 4 ਹੋ ਗਿਆ, 4 ਤੋਂ 8 ਹੋ ਗਿਆ, 8 ਤੋਂ 16 ਹੋ ਗਿਆ, ਤਾਂ ਹਰੇਕ ਸੰਖਿਆ ਪਿਛਲੀ ਸੰਖਿਆ ਤੋਂ 2 ਗੁਣਾ ਹੋ ਰਹੀ ਹੈ। ਇੱਥੇ ਅਗਰ ਆਪਾਂ ਦੇਖੀਏ ਅੰਸ਼ ਓਮੇ ਦਾ ਓਮੇ ਹਰ ਹੋ ਗਿਆ 2 4 6 8, ਤਾਂ ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਹਰ ਦੇ ਵਿੱਚ ਪਿਛਲੀ ਸੰਖਿਆ ਨਾਲੋਂ ਅਗਲੀ ਸੰਖਿਆ 'ਚ 2 2 ਵੱਧ ਰਿਹਾ ਹੈ। ਅਗਰ ਆਪਾਂ ਇੱਥੇ ਦੇਖੀਏ, ਇੱਥੇ ਆਪਾਂ ਕੀ ਕਰ ਰਹੇ ਹਾਂ, ਜਿਹੜੀ ਘਾਤ ਹੈ ਇੱਕ ਇੱਕ ਘਾਤ ਵੱਧ ਰਹੀ ਹੈ ਨਾ, 3 ਦੀ ਘਾਤ 1 3 ਦੀ ਘਾਤ 2 3 ਦੀ ਘਾਤ 3 3 ਦੀ ਘਾਤ 4, ਤੇ ਇੱਥੇ ਕੁਛ ਨਹੀਂ ਵੱਧ ਰਿਹਾ, ਇਹ ਫਿਕਸ ਹੈ, ਇਹ ਨਿਸ਼ਚਿਤ ਹੈ, ਕੋਈ ਬਦਲਾਅ ਨਹੀਂ ਹੈ, ਹੈ ਨਾ। ਤੇ ਇੱਥੇ ਦੇਖੀਏ ਅੰਸ਼ ਹੋ ਗਿਆ 1 2 3 4 5, ਅੰਸ਼ ਵਿੱਚ 1 ਵੱਧ ਰਿਹਾ, ਤੇ ਹਰ ਦੇਖੀਏ ਹਰ ਵਿੱਚ ਵੀ 1 ਵੱਧ ਰਿਹਾ, ਹੈ ਨਾ। ਆਪਾਂ ਇੱਕ ਸੰਖਿਆ ਹੋਰ ਲੈ ਕੇ ਚੱਲਦੇ ਹਾਂ, ਇੱਕ ਲੜੀ ਜਿਸ ਦੇ ਵਿੱਚ ਮੈਂ ਲਿਖ ਰਿਹਾ 10 8 6 4। ਹੁਣ ਇਸ ਲੜੀ ਦੀ ਖਾਸੀਅਤ ਕੀ ਹੈ? ਇੱਥੇ ਹਰੇਕ ਸੰਖਿਆ ਪਿਛਲੀ ਸੰਖਿਆ ਨਾਲੋਂ 2 2 ਕੀ ਹੈ, ਘੱਟ ਹੈ। ਇੱਥੇ ਜੋ 10ਵੀਂ ਕਲਾਸ 'ਚ ਆਪਾਂ ਗੱਲ ਕਰਨੀ ਹੈ, ਆਪਾਂ ਉਹਨਾਂ ਲੜੀਆਂ ਦੀ ਗੱਲ ਕਰਨੀ ਹੈ ਜਿਨ੍ਹਾਂ ਦਾ ਅੰਤਰ ਬਰਾਬਰ ਹੋਵੇ। ਆਹ ਹੋ ਗਿਆ ਅੰਤਰ ਬਰਾਬਰ ਹੈ, ਉਰੇ ਅੰਤਰ ਬਰਾਬਰ ਨਹੀਂ ਹੈਗਾ, ਜਾਂ ਆਹ ਹੋ ਗਿਆ, ਇੱਕ ਆਹ ਹੋ ਗਿਆ। ਤਾਂ 3 ਤਰ੍ਹਾਂ ਦੀਆਂ ਲੜੀਆਂ ਦੇਖੋ ਆਪਾਂ ਕਰ ਰਹੇ ਹਾਂ। ਇਹ ਵਾਧੇ ਕਰਮ ਦੇ ਵਿੱਚ ਹੈ, ਇਹ ਫਿਕਸ ਹੈ, ਨਾ ਵੱਧ ਰਹੀ ਹੈ ਨਾ ਘਟ ਰਹੀ ਹੈ, ਇਹ ਘਟ ਰਹੀ ਹੈ। ਤਾਂ ਫਿਰ ਇਹਦਾ ਮਤਲਬ ਜੋ AP ਹੈ ਉਹ AP ਕੀ ਹੋਈ, ਉਹ ਲੜੀ ਜਾਂ ਲੜੀਆਂ ਜਿਨ੍ਹਾਂ ਵਿੱਚ ਜੋ ਅੰਤਰ ਹੈ ਕੀ ਹੁੰਦਾ ਹੈ, ਬਰਾਬਰ ਹੁੰਦਾ ਹੈ। ਜਿਨ੍ਹਾਂ ਵਿੱਚ ਅੰਤਰ ਬਰਾਬਰ ਹੁੰਦਾ ਹੈ ਉਹਨਾਂ ਨੂੰ ਕੀ ਬੋਲਦੇ ਨੇ, AP ਬੋਲਦੇ ਨੇ, ਅੰਕ ਗਣਿਤਕ ਲੜੀਆਂ ਬੋਲਦੇ ਆ। ਤਾਂ ਫਿਰ AP ਕੀ ਹੋਗੀ, ਉਹ ਲੜੀ ਜਾਂ ਲੜੀਆਂ ਜਿਨ੍ਹਾਂ ਦੇ ਵਿੱਚ ਜਿਹੜਾ ਅੰਤਰ ਹੈ ਬਰਾਬਰ ਹੁੰਦਾ ਹੈ, ਜਿਵੇਂ ਆ ਰਿਹਾ ਆ ਰਿਹਾ ਆ ਰਿਹਾ। ਆਪਣੇ ਕੋਲੇ 3 ਤਰ੍ਹਾਂ ਦੀਆਂ AP ਦੀ ਲੜੀਆਂ ਮਿਲਣਗੀਆਂ ਤੁਹਾਨੂੰ, 3 ਰੂਪ ਦੇ ਵਿੱਚ। ਵਾਧੇ ਕਰਮ ਦੇ ਵਿੱਚ ਜਿਵੇਂ ਪਹਿਲੀ ਲੜੀ ਹੈ ਦੇਖੋ, ਘਟਦੇ ਕਰਮ ਦੇ ਵਿੱਚ ਜਿਵੇਂ ਆਪਾਂ ਲਾਸਟ ਲੜੀ ਦੀ ਗੱਲ ਕੀਤੀ ਹੈ, ਇੱਕ ਫਿਕਸ ਕਹਿ ਲਓ, ਨਿਸ਼ਚਿਤ, ਮਤਲਬ ਨਾ ਵੱਧਦੀ ਹੈ ਨਾ ਘਟਦੀ ਹੈ। ਜਿਹੜੀ ਵਾਧੇ ਕਰਮ ਦੀ ਹੈ, ਕਿਉਂਕਿ ਅਗਲੀ ਸੰਖਿਆ ਪਿਛਲੀ ਤੋਂ ਵੱਧ ਰਹੀ ਹੈ, ਤਾਂ ਜਿਹੜਾ ਇੱਥੇ ਅੰਤਰ ਆਊਗਾ ਉਹ ਕਾਹਦਾ ਆਉਂਦਾ ਹੈ, ਪਲੱਸ ਦਾ। ਤੇ ਘਟਦੇ ਕਰਮ 'ਚ ਕਿਉਂਕਿ ਘਟ ਰਹੀ ਹੈ ਤਾਂ ਅੰਤਰ ਕਾਹਦਾ ਆਊਗਾ, ਮਾਈਨਸ ਦਾ। ਜਿਹੜੀ ਫਿਕਸ ਹੈ ਇਸ ਟਾਈਪ ਦੇ ਵਿੱਚ ਨਾ ਵਧੇ ਨਾ ਘਟੇ, ਉਸ ਕੇਸ ਦੇ ਵਿੱਚ ਅੰਤਰ ਕੀ ਆਉਣਾ ਹੈ, 0 ਆਉਣਾ ਹੈ। ਹੁਣ ਸਮੱਸਿਆ ਆ ਗਈ ਅੰਤਰ ਦੀ। ਅੰਤਰ ਨੂੰ ਕਿਵੇਂ ਕੱਢਣਾ ਹੈ? ਜੋ ਅੰਤਰ ਹੁੰਦਾ ਹੈ ਜਿਹਨੂੰ ਆਪਾਂ D ਬੋਲਦੇ ਹਾਂ, ਅੰਤਰ ਨੂੰ ਆਪਾਂ ਕੀ ਬੋਲਦੇ ਹਾਂ, D ਸ਼ਬਦ ਆਇਆ ਡਿਫਰੈਂਸ ਤੋਂ, D ਸ਼ਬਦ ਬਣਿਆ ਡਿਫਰੈਂਸ ਤੋਂ। ਤਾਂ ਅੰਤਰ ਕੀ ਹੁੰਦਾ ਹਮੇਸ਼ਾ, ਦੂਸਰੀ ਰਕਮ ਮਾਈਨਸ पहली रकम।
ਰਕਮ ਇੱਥੇ ਕਈ ਨਾਮ ਦਿੱਤੇ ਗਏ ਨੇ, ਇਹਨੂੰ ਰਕਮ ਜਾਂ ਪਦ ਵੀ ਬੋਲ ਦਿੰਦੇ ਆ। ਦੂਸਰਾ ਪਦ ਮਾਈਨਸ ਪਹਿਲਾ ਪਦ, ਤਾਂ ਉਹ ਤੁਹਾਡੇ ਤੇ ਹੈ। ਹੁਣ ਦੇਖੋ ਆਪਾਂ ਇੱਥੇ ਅੰਤਰ ਕੱਢਣਾ ਹੈ। ਦੂਜੀ ਚੋਂ ਪਹਿਲੀ ਘਟਾਈ 8 ਚੋਂ 5 ਘਟਾਏ ਕਿੰਨਾ ਆ ਗਿਆ 3। ਇੱਥੇ ਅੰਤਰ ਦੇਖੋ 2 ਗੁਣਾ ਹੈ। ਤਾਂ ਹੁਣ ਆਪਾਂ ਅਗਲੀ ਜਿਹੜੀ ਗੱਲ ਕਰਨੀ ਹੈ ਆਪਾਂ ਅੰਤਰ ਤੇ ਗੱਲ ਕਰਨੀ ਹੈ। ਤਾਂ ਫਿਰ ਏਪੀ ਕੀ ਹੋ ਗਈ? ਏਪੀ ਉਹ ਲੜੀ ਜਾਂ ਲੜੀਆਂ ਹੋ ਗਈਆਂ ਜਿਸ ਦਾ ਜਿਹੜਾ ਅੰਤਰ ਹੁੰਦਾ ਹੈ ਉਹ ਕੀ ਹੁੰਦਾ ਹੈ? ਬਰਾਬਰ ਹੁੰਦਾ ਹੈ। ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਅੰਤਰ ਦੀ ਗੱਲ ਕਰਦੇ ਹਾਂ ਕਿ ਅੰਤਰ ਪਤਾ ਕਰੋ। ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਅੰਤਰ ਨੂੰ ਆਪਾਂ ਕੱਢਣਾ ਕਿਵੇਂ ਹੈ। ਉਦਾਹਰਨ 5 9 13 17। ਹੁਣ ਅੰਤਰ ਆਪਾਂ ਕੱਢਣਾ ਇਹਦਾ डी, अंतर हो गया डी। दूजा पद माइनस पहला पद, या दूजी संख्या माइनस पहली संख्या, दूजी रकम माइनस पहली रकम। दूसरा पद कितना हो गया अपने को 9, पहला हो गया 5, 9 चो 5 घटाए 4। हुण अगला अंतर कढ़ना है, क्योंकि अंतर का मतलब यह है अगली रकम दे विचों पिछली रकम माइनस करनी। डिफरेंस ऑफ सक्सीडिंग विद प्रोसीडिंग। ਤਾਂ ਇਹ ਵੀ ਹੋ ਸਕਦਾ, ਉਰੇ ਤਾਂ ਮੈਂ ਪਹਿਲੇ 2 ਦੀ ਗੱਲ ਕੀਤੀ ਹੈ, ਜੇ ਆਪਾਂ ਅਗਲੇ 2 ਦੀ ਗੱਲ ਕੀਤੀ ਹੈ ਤਾਂ ਇਹ ਬਣੂਗਾ ਤੀਸਰਾ ਪਦ ਮਾਈਨਸ ਦੂਸਰਾ ਪਦ। ਤੀਸਰਾ ਪਦ ਹੋ ਗਿਆ 13 ਮਾਈਨਸ 9। ਤਾਂ ਹਮੇਸ਼ਾ 2 ਲਗਾਤਾਰ ਦੀ ਗੱਲ ਕਰਨੀ ਹੈ। ਸੇਮ ਤੀਸਰਾ ਚੌਥਾ ਹੋ ਗਿਆ। ਤਾਂ ਫਿਰ ਅੰਤਰ ਇੱਥੇ ਕੀ ਹੋ ਗਿਆ? ਦੇਖੋ ਚੌਥਾ ਪਦ ਮਾਈਨਸ ਤੀਜਾ ਪਦ। 17 माइनस 13 किहदे बराबर हो गया? 4 हो गया। तो फिर जो अंतर है, अंतर की हो गया 2 लगातार। डी नूं आपां की बोलांगे फिर? 2 लगातार पदां रकमां या संख्यावां दा अंतर। तो डी ए हो गया अंतर, कह लो घटा कह लो। पर एक गल, दूजी दे विचों पहली घटानी है, अगली दे विचों आपां पिछली रकम घटानी है, तीसरी दे विचों आपां दूसरी घटानी है, चौथी दे विचों आपां तीसरी घटानी है, आई पंजवीं दे विचों आपां की करनी है? चौथी घटानी है। इस तरीके नाल आपां अंतर फाइंड करांगे 2 लगातार पदां दा। दूजी दे विचों पहली घटाती, तीसरी दे विचों दूसरी घटाती, इस दे अकॉर्डिंग आपां हुण उदाहरण लेके चलदे हां, क्योंकि एपी नूं समझण दे लई उदाहरण बहुत जरूरी ने। देखो हुण उदाहरण पता करो, क्योंकि तो आप एक वैसे लिखा सी ना, हेठा लिखियां लड़ियां एपी हन जा नहीं। उदाहरण 5 9 13 18। ਜਦੋਂ ਆਪਾਂ ਏਪੀ ਦੀ ਗੱਲ ਕਰਨੀ ਹੈ ਕਿ ਆਪਾਂ ਚੈੱਕ ਕਰਨਾ ਹੈ ਏਪੀ ਹੈ ਜਾਂ ਨਹੀਂ ਹੈ, ਤਾਂ ਤੁਸੀਂ ਸਾਰੀਆਂ ਰਕਮਾਂ ਜਿੰਨੀਆਂ ਵੀ ਉੱਥੇ ਦਿੱਤੀਆਂ ਹੋਈਆਂ ਉਹਨਾਂ ਦਾ ਅੰਤਰ ਪਤਾ ਕਰਨਾ ਹੈ। ਇਹ ਗੱਲ ਧਿਆਨ 'ਚ ਰੱਖਣੀ ਹੈ। ਇੱਥੇ ਦੇਖੋ ਆਪਣੇ ਕੋਲੇ 4 ਰਕਮਾਂ ਦਿੱਤੀਆਂ ਹੋਈਆਂ, ਤਾਂ ਆਪਾਂ ਇਹਨਾਂ ਦਾ ਵੀ ਅੰਤਰ ਪਤਾ ਕਰਾਂਗੇ, ਇਹਨਾਂ ਦਾ ਵੀ ਅੰਤਰ ਪਤਾ ਕਰਾਂਗੇ, ਇਹਨਾਂ ਦਾ ਵੀ ਅੰਤਰ ਪਤਾ ਕਰਾਂਗੇ। ਅੰਤਰ डी, दूसरा पद दूजी संख्या माइनस पहला पद पहली संख्या। 9 चो 5 घटाए 4। अगला अंतर उरे डी 1 लिख लिया, आप डी 2, क्योंकि आप अलग अलग अंतर कट रहे हैं इत्थे। हुण आप गल कर रहे हैं तीसरा पद माइनस दूसरा पद। तो तीसरा हो गया 13, दूजा हो गया 9, 13 चो 9 घटाए 4। आप अगले अंतर की गल करांगे डी 3। चौथा पद माइनस तीजा पद। 18 माइनस 13 बराबर 5। इत्थे अंतर 4 आ गया, इत्थे 4 आ गया, इत्थे 5 आ गया, अंतर बराबर नहीं, अंतर बराबर नहीं हन। इसलिए यह लड़ी एपी नहीं है। तुसी डायरैक्ट भी चैक कर सकते हो। देखो आ 4 वध गया, ये 4 वध गया, ये 5 वध गया, तो देखो दोनों गल्लां ने। तुसी अगर डायरैक्ट चैक कर रहे हो वेल एंड गुड है, नहीं तुसी इहनूं हल करन दा अपने कोले ये तरीका है। होर उदाहरण देखो अपने कोले 12 9 6 3। पता करो यह एपी है या नहीं। पहला अंतर इहदा, फिर इहदा, फिर इहदा। तो पहला अंतर या D1 लिख लो, दूसरा पद
माइनस पहला पद या दूजी संख्या माइनस पहली संख्या 9 चों 12 घटाए। हुण आपां नूं पता छोटी चों वड्डी नहीं घटदी, निशान माइनस दा आ जाऊगा ते घटा हो के 3। दूजा अंतर ये हो गया तीसरा पद, तीजा पद माइनस दूजा पद 6 दे विचों 9 घटाए, दोनों निशान अलग अलग ने, घटा निशान वड्डी संख्या का। हुण आपां तीजा अंतर या D3 की गल करांगे, वो आ गया चौथा पद माइनस तीसरा पद 3 माइनस 6, ये भी कितना आ गया -3। तो तीनों केसिस दे विच अंतर की है, बराबर है, इसलिए यह AP है। तो जिथे अंतर बराबर आ गए वो AP हुंदी है, जिथे अंतर बराबर नहीं हैगे ओह AP नहीं हैगी। आप अगे उदाहरण लेके चलते हैं। उदाहरण आ गई 1/2 2/3 जिहड़ी आप स्टार्टिंग च लई सी। पता करो यह AP है या नहीं। पहला अंतर दूसरा पद माइनस पहला पद, तो इनू हल करने का सब तो तरीका थोनों मैं की दस्या सी, नीचे गुना उपर तिरछे गुना, 2 दूनी 4 3 एकम 3 3 दूना 6, 4 चों 3 घटाए 1, तो इन्हां दा जिहड़ा अंतर आ गया पहला अंतर 1/6। हुण दूसरा अंतर की हो गया, तीसरा पद माइनस दूसरा पद, ओमी नीचे गुना ऊपर तिरछी गुना, 3 3 9 2 चौके 8 4 3 12, 9 चो 8 घटाए 1/12। की यह अंतर बराबर ने? नहीं, अंतर बराबर नहीं, इसलिए यह AP नहीं है। तो तुहानूं जिन्नियां भी संख्यावां दित्तियां हुई हैं, जदों आपां ये चैक करना होवे कि यह AP है या नहीं, तो आप इस अकॉर्डिंग करांगे। अगे 2 2 की घात 2 2 की घात 3 2 की घात 4 है ना। पहले इनू हल करते हैं घातां नूं। 2 ओमे दा ओमे, 2 की घात 2 2 दूनी 4, 2 की घात 3 2 गुना 3 2 दूनी 4 4 दूनी 8, 2 की घात 4 कितना हो गया 2 गुना 2 16 बन जूगा जो 2 नूं 4 बार गुना करांगे। तो हुण देखो अंतर, इत्थे कितना अंतर आ गया 2 का, इत्थे कितना अंतर आ गया 4 का, इत्थे कितना अंतर आ गया 8 का। तो फिर की लिखांगे आपां, जो अंतर है बराबर नहीं है, इसलिए यह AP नहीं है। एक उदाहरण मैं होर लेके चलदा, बटियां दे विच ही लेके चलदा, जिथे डाउट हुंदा मेरी कोशिश है मैं उदाहरण लेके चलदा। पंजवां -10 -6 -2 +2, हुण आ गया। इत्थे पता करना है आपां पहला अंतर। हुण अंतर किवें निकलदा सी, दूसरा पद दूजी संख्या माइनस पहला पद पहली संख्या, दूसरा पद -6 माइनस अपने कन्नियों पहला पद -10, माइनस माइनस प्लस, दोनों निशान अलग अलग ने, घटा हो गया, निशान आ गया वड्डी रकम का। ठीक है। दूजा अंतर तीसरा पद माइनस दूसरा पद दूजा पद, A -2 है, A -6 है, माइनस माइनस प्लस, तो इनू हल किया 4 का आ गया प्लस का। अगे अपने को आ गया तीजा अंतर, वो हो गया चौथा पद माइनस तीजा पद, किहदे बराबर आ गया 2 माइनस अपने कन्नियों -2 माइनस माइनस प्लस, तो 2 + 2 कितना हो गया 4। हुण ये अंतर की ने बराबर ने, इसलिए यह जिहड़ी लड़ी है AP है। तो फिर AP की होगी, आपां जिहड़े भी अंतर दिते हुए ने, जिहड़े भी आपां नूं अंतर दिते हुए ने, आपां उहनूं पता करांगे। उस तो बाद आपां ये चैक करांगे
ਕੀ ਇਹ ਅੰਤਰ ਬਰਾਬਰ ਨੇ? ਅਗਰ ਅੰਤਰ ਬਰਾਬਰ ਨੇ ਤਾਂ ਉਹ AP ਹੈ, ਅਗਰ ਅੰਤਰ ਬਰਾਬਰ ਨਹੀਂ ਹੈਗੇ ਤਾਂ ਉਹ AP ਨਹੀਂ ਹੈਗੀ। ਤਾਂ ਹੁਣ ਮੈਂ ਇੱਕ ਰਿਜ਼ਲਟ ਨੂੰ ਕੰਸੋਲੀਡੇਟ ਕਰ ਰਿਹਾ ਸਾਰਾ AP। ਤਾਂ ਤੁਸੀਂ ਆਪਾਂ ਕੀ ਕਰਾਂਗੇ, AP 'ਚ ਆਪਣੇ ਕੋਲੇ 3 ਤਰ੍ਹਾਂ ਦੀਆਂ ਲੜੀਆਂ ਹੋਣਗੀਆਂ, ਵਾਧੇ ਕਰਮ ਦੇ ਵਿੱਚ, ਘਟਦੇ ਕਰਮ ਦੇ ਵਿੱਚ, ਕੋਈ ਬਦਲਾਅ ਨਹੀਂ, ਜਿਹਨੂੰ ਆਪਾਂ ਫਿਕਸ ਬੋਲਦੇ ਹਾਂ। ਠੀਕ, ਜਦੋਂ ਵਾਧੇ ਕਰਮ ਦੀ ਗੱਲ ਆ ਗਈ ਤਾਂ ਜੋ ਅੰਤਰ ਹੈ D ਉਹ ਕਾਹਦਾ ਹੋਊਗਾ? ਪਲੱਸ ਦਾ, ਇਹ ਯਾਦ ਰੱਖਣਾ ਹੈ। ਜਦੋਂ ਘਟਦੇ ਕਰਮ ਦੀ ਗੱਲ ਆ ਗਈ ਤਾਂ D ਕਾਹਦਾ ਹੋਣਾ? ਮਾਈਨਸ ਦਾ। ਤੇ ਜਦੋਂ ਕੋਈ ਵੀ ਬਦਲਾਅ ਨਹੀਂ ਆਇਆ ਤਾਂ D ਕਾਹਦਾ ਹੋਣਾ? 0। ਇਹ ਬੜਾ ਸੌਖਾ ਕੰਮ ਕਰੂ, ਆਪਾਂ ਉਦਾਹਰਨ ਲੈ ਕੇ ਸਮਝਾਉਂਦੇ ਹਾਂ। ਹੁਣ AP ਦਿੱਤੀ ਹੋਈ ਹੈ, ਆਪਾਂ ਨੂੰ APਆਂ ਦਿੱਤੀਆਂ ਨੇ, ਆਪਾਂ ਅੰਤਰ ਪਤਾ ਕਰਨਾ ਹੈ। ਅੰਤਰ ਪਤਾ ਕਰੋ ਅਤੇ ਪਹਿਲਾ ਪਦ ਲਿਖੋ। ਹੁਣ ਕੁਐਸਚਨ ਆ ਹੈ, ਦੇਖੋ ਆਪਣੇ ਕੋਲੇ। ਠੀਕ, ਅੰਤਰ ਨੂੰ ਇੰਗਲਿਸ਼ ਬੋਲਦੇ ਆ ਡਿਫਰੈਂਸ, ਆਪਾਂ ਗੱਲ ਕੀਤੀ ਸੀ, ਤੇ ਸ਼ਾਰਟ ਫਾਰਮ ਹੈ D। ਪਹਿਲਾ ਪਦ, ਪਹਿਲੇ ਪਦ ਨੂੰ A ਨਾਲ ਲਿਖਿਆ ਜਾਂਦਾ ਹੈ, ਛੋਟੀ a ਨਾਲ ਲਿਖਿਆ ਜਾਂਦਾ ਹੈ। ਤਾਂ ਅਸਲ ਦੇ ਵਿੱਚ ਫਿਰ ਆਪਾਂ ਕੀ ਪਤਾ ਕਰਨਾ ਹੈ? ਆਪਾਂ D ਪਤਾ ਕਰਨਾ ਹੈ ਤੇ ਆਪਾਂ A ਪਤਾ ਕਰਨਾ ਹੈ। ਠੀਕ, ਉਦਾਹਰਨ 10 15 20 25 100। ਹੁਣ ਆਪਾਂ ਨੂੰ ਇਹ AP ਦਿੱਤੀ ਹੋਈ ਹੈ, AP ਆਪਾਂ ਨੂੰ ਦਿੱਤੀ ਹੋਈ ਹੈ। ਤਾਂ ਇੱਥੇ ਪਹਿਲਾ ਪਦ ਕੀ ਆ ਗਿਆ? A ਕੀ ਆ ਗਿਆ? ਪਹਿਲੀ ਰਕਮ 10 ਹੋ ਗਿਆ। ਅੰਤਰ, ਕਿਉਂਕਿ AP ਦਿੱਤੀ ਹੋਈ ਹੈ ਤਾਂ ਆਪਾਂ ਨੂੰ ਸਾਰੇ ਅੰਤਰ ਪਤਾ ਕਰਨ ਦੀ ਲੋੜ ਨਹੀਂ ਹੈਗੀ। 2 ਲਗਾਤਾਰ ਰਕਮਾਂ ਲਓ, ਕੋਈ ਮਰਜ਼ੀ ਲੈ ਲਓ, ਤੁਸੀਂ ਪਹਿਲੀ ਦੂਜੀ ਵੀ ਲੈ ਸਕਦੇ ਹੋ, ਤੁਸੀਂ ਦੂਜੀ ਤੀਜੀ ਵੀ ਲੈ ਸਕਦੇ ਹੋ, ਤੁਸੀਂ ਤੀਜੀ ਚੌਥੀ ਵੀ ਲੈ ਸਕਦੇ ਹੋ। 2 ਰਕਮਾਂ ਲਓ, ਉਹਨਾਂ ਦਾ ਘਟਾ ਕਰ ਦਿਓ, ਅਗਲੀ ਦੇ ਵਿੱਚੋਂ ਪਿਛਲੀ ਰਕਮ ਘਟਾ ਦਿਓ, ਤੁਹਾਡੇ ਕੋਲ ਅੰਤਰ ਆ ਜਾਊਗਾ। ਹੁਣ ਆਪਾਂ ਜ਼ਿਆਦਾਤਰ ਕੀ ਲੈ ਕੇ ਚੱਲਦੇ ਹੁੰਦੇ ਹਾਂ? ਦੂਸਰਾ ਪਦ ਮਾਈਨਸ ਪਹਿਲਾ ਪਦ। ਹੁਣ ਦੂਸਰਾ ਪਦ ਹੋ ਗਿਆ 15, ਪਹਿਲਾ ਹੋ ਗਿਆ 10। ਠੀਕ, ਇਹ ਤਾਂ ਹੋ ਗਿਆ ਆਪਣਾ ਫਾਰਮੂਲਾ। ਜਿਹੜੀ ਮੈਂ ਆ ਗੱਲ ਕੀਤੀ ਸੀ, ਹੁਣ ਜਿਹੜੀ ਆ AP ਹੈ 10 15 20 25, ਜਿਹੜੀ ਆ AP ਹੈ ਇਹ ਕਿਸ ਰੂਪ ਦੇ ਵਿੱਚ ਹੈ? ਵਾਧੇ ਕਰਮ ਦੇ ਵਿੱਚ ਹੈ ਨਾ, ਵੱਧ ਰਹੀ ਹੈ ਨਾ 10 15। ਤਾਂ ਕਲੀਅਰ ਹੈ D ਕਾਹਦਾ ਆਊਗਾ? ਪਲੱਸ ਦਾ, ਕਿਉਂਕਿ ਇਹ ਵਾਧੇ ਕਰਮ ਦੇ ਵਿੱਚ ਹੈ। ਤੇ ਕਿੰਨਾ ਵੱਧ ਰਿਹਾ D? 5। ਤਾਂ ਤੁਹਾਡਾ ਅੰਤਰ ਕਿੰਨਾ ਆ ਗਿਆ? 5। ਪਹਿਲੀ ਰਕਮ ਤਾਂ ਕਲੀਅਰ ਹੀ ਆਪਾਂ ਨੂੰ, ਉਹ ਕਿੰਨੀ ਆ ਗਈ? 10। ਠੀਕ, ਮੈਂ ਕੁਝ ਉਦਾਹਰਨ ਇੱਥੇ ਹੀ ਲੈ ਕੇ ਚੱਲਦਾ ਕਿ ਆਪਾਂ ਅਲੱਗ-ਅਲੱਗ APਆਂ ਦਾ ਪਹਿਲਾ ਪਦ, ਪਹਿਲੀ ਸੰਖਿਆ ਅਤੇ ਅੰਤਰ ਪਤਾ ਕਰਨਾ ਹੈ। ਹੁਣ ਆਪਾਂ ਇੱਥੇ ਕੁਝ ਉਦਾਹਰਨਾਂ ਤੇ ਗੱਲ ਕਰਦੇ ਹਾਂ, ਚਰਚਾ ਕਰਦੇ ਹਾਂ। ਉਦਾਹਰਨ 2 9 13 17 100 18 13 8 3 ਚੱਲਦਾ ਅੱਗੇ, -15 -12 -9 -6 ਅੱਗੇ ਚੱਲਦਾ ਹੈ। ਮੈਂ ਇੱਥੇ ਕੁਝ ਉਦਾਹਰਨਾਂ ਲਈਆਂ ਜਿੱਥੇ ਆਪਾਂ ਨੂੰ ਇਹ ਚੈੱਕ ਕਰਨਾ ਹੈ ਕਿ ਪਹਿਲੀ ਸੰਖਿਆ ਕਿਹੜੀ ਹੈ ਅਤੇ ਅੰਤਰ ਕਿਹੜਾ ਹੈ। ਪਹਿਲੀ ਸੰਖਿਆ ਕਲੀਅਰ ਹੋ ਚੁੱਕੀ ਹੈ, A ਕਿਹਦੇ ਬਰਾਬਰ ਆ ਗਿਆ? 9। ਹੁਣ ਅੰਤਰ D, ਜਾਂ ਤਾਂ ਆਪਾਂ ਕੀ ਲਿਖਾਂਗੇ? ਦੂਸਰਾ ਪਦ ਮਾਈਨਸ ਪਹਿਲਾ ਪਦ, ਕੋਈ ਵੀ 2 ਪਦ ਲੈ ਕੇ ਚੱਲਾਂਗੇ। 13 -9 ਕਿੰਨਾ ਆ ਗਿਆ? 4। ਜਾਂ ਆਪਾਂ ਡਾਇਰੈਕਟ ਵੀ ਲਿਖ ਸਕਦੇ ਹਾਂ ਅੰਤਰ ਦਾ, ਕਿਉਂਕਿ ਜਿਹੜੀ AP ਹੈ ਉਹ ਵਾਧੇ ਕਰਮ ਦੇ ਵਿੱਚ ਹੈ, ਤਾਂ D ਕਾਹਦਾ ਹੋ ਗਿਆ? ਪਲੱਸ ਦਾ। ਕਿੰਨਾ ਕਿੰਨਾ ਵੱਧ ਰਿਹਾ? 4। ਤਾਂ D ਕਿੰਨਾ ਆ ਗਿਆ? 4 ਆ ਗਿਆ, ਹੈ ਨਾ। ਇਸ ਕੇਸ ਦੇ ਵਿੱਚ ਪਹਿਲੀ ਰਕਮ ਕਿੰਨੀ ਹੋ ਗਈ? 18। ਦੇਖੋ ਇਸ ਕੇਸ ਦੇ ਵਿੱਚ ਆ ਚੀਜ਼ ਬੜੀ ਕੰਮ ਆਣੀ ਹੈ। ਹੁਣ ਅੰਤਰ D, ਦੂਸਰਾ ਪਦ ਮਾਈਨਸ ਪਹਿਲਾ ਪਦ, ਦੂਜਾ ਹੋ ਗਿਆ 13 -18। ਦੋਨੋਂ ਨਿਸ਼ਾਨ ਅਲੱਗ-ਅਲੱਗ ਹੈ, ਘਟਾ ਕੀਤਾ, ਨਿਸ਼ਾਨ ਵੱਡੀ ਸੰਖਿਆ ਦਾ, ਤਾਂ ਤੁਹਾਨੂੰ ਓਬਵੀਅਸਲੀ ਉਹਦੇ ਨਿਸ਼ਾਨ ਦਾ ਧਿਆਨ ਰੱਖਣਾ ਪਊਗਾ। ਪਰ ਜੇ ਆਪਾਂ ਸਿੱਧਾ ਲਿਖੀਏ, ਜਿਹੜੀ AP ਹੈ ਇੱਥੇ ਉਹ ਘੱਟ ਦੇ ਕਰਮ ਦੇ ਵਿੱਚ ਹੈਗੀ ਹੈ ਨਾ, ਤਾਂ D ਕਾਹਦਾ ਹੋਊਗਾ? ਮਾਈਨਸ ਦਾ। ਜੇ ਵਾਧੇ ਕਰਮ ਦੇ ਵਿੱਚ ਹੈ D ਪਲੱਸ ਹੋਣਾ, ਜੇ ਘੱਟ ਦੇ ਕਰਮ ਦੇ ਵਿੱਚ ਹੈ D ਕਾਹਦਾ ਹੋਣਾ? ਮਾਈਨਸ ਦਾ। ਕਿੰਨੀ ਕਿੰਨੀ ਘਟ ਰਿਹਾ? 5 5। ਤਾਂ D ਕਿੰਨਾ ਆ ਗਿਆ? -5, ਹੈ ਨਾ। ਇੱਥੇ ਦੇਖੋ ਪਹਿਲੀ ਰਕਮ ਆ ਗਈ -15, ਅੰਤਰ ਦੂਸਰਾ ਪਦ ਮਾਈਨਸ ਪਹਿਲਾ ਪਦ, ਹੈ ਨਾ।
माइनस माइनस प्लस, एक निशान माइनस का एक प्लस का घटा हो गया निशान वड्डी रकम का। एक तो देखो ये तरीका हो गया। दूसरा हुण जिहड़ी इत्थे AP है ये घट दे क्रम च है कि वध दे क्रम च है। देखो माइनस की संख्या जिहड़ी वड्डी हुंदी है वो छोटी हुंदी है, आपां नूं पता है ना, जिहड़ी माइनस क्योंकि उल्टा चलदा हुंदा है, आपां नूं पता है 15 12 तो वड्डा है, पर दोहां दे अगे माइनस आ गया तो माइनस 15 माइनस 12 तो की हो गया, छोटा हो गया। तो यदा मतलब जिहड़ी AP है किहड़े क्रम च होगी, वाधे क्रम च होगी ना। तो जे वाधे क्रम च D काहदा आऊगा, प्लस का। किन्ने किन्ने का अंतर चल रहा है, देखो ध्यान नाल 3 3 का, तो तुहाडा आंसर कितना आ गया, D बराबर है +3। तो इस अकॉर्डिंग आप इसको बड़े आराम नाल कर सकते हैं। तुहाडे कोल दोनों ने आ फॉर्मूले के अकॉर्डिंग। अगर तुसीं इहनूं सीधा करना चाहते हो वाधे या घटदे, तो वो तुहाडी मर्जी है, क्योंकि ये चीज़ की सिर्फ तुहाडी कैलकुलेशन देखनी है भी वो सही जा रही है या गलत जा रही है। अगे जो उदाहरण हैगी अपने कोले, उदाहरण की है, हेठां दित्तियां AP दियां पहले 4 पद या संख्यावां या रकमां पता करो। A बराबर है 5, D बराबर है 3, A बराबर -8, D बराबर 2। आप पहला 2 की गल करते हैं। हुण पहली रकम कितनी होगी, 5 है ना। दूजी संख्या अंतर जोड़ता, 5 ते 3 8। तीजी संख्या फिर अंतर जोड़ता, 8 ते 3 11। चौथी संख्या फिर अंतर जोड़ता, कितनी होगी, 14। तो देखो AP की बन गई 5 8 11 14। तो पहलियां 4 संख्यावां किहड़े-किहड़े ये हो गई, देखो 3 3 का अंतर आ गया ना। अगे पहली रकम -8, अंतर जुड़ गया, -8 + 2 -6। फिर अंतर जोड़ता, -6 + 2 -4। फिर अंतर जोड़ता, -4 + 2 -2। तो अपने को पहले 4 पद किहड़े किहड़े आ गए, -8 -6 -4 अते -2। अगे देखते हैं आप। A बराबर है 5, D बराबर है 1/2। हुण इत्थे जिहड़ा अंतर है ना वो बटियां च आ गया, जिहदा हर 2 है। तो सौखा करने के लिए देखो, या तो आप लघुत्तम लैके इहनूं हल करांगे, या मैं सौखा करने के लिए की करदा, मैं 5 नूं बदल रहा। किवें बदल रहा, आपां 5 नूं अजिहे तरीके नाल बदलांगे कि उहदे हर दे विच की आ जाए, 2 आ जाए। तो आपां उहनूं 2 नाल गुना कर दांगे ते 2 नाल वंड कर दांगे। तो ये कितना हो गया, 5 दूनी 10/2 हो गया। ये 10/2। दूजी रकम अंतर जोड़ता, कितना आ गया, 11/2। तीजी रकम फिर अंतर जोड़ता, देखो ये जोड़ करना बड़ा सौखा हो जाता है, 12/2। ते अगली रकम फिर आप अंतर जोड़ता, 12 ते 1 13/2। तो की कीता, अगर उरे 2 है हर दे विच, सिर्फ हर दे विच, तो उरे संख्या दे विच 2 नाल गुना वंड करदा, क्योंकि एक सिंपल संख्या है, कुदरती संख्या या संपूर्ण संख्या होंदी। तो अपने को आ गया 10/2 11/2 12/2 13/2। ये हल हो रहे ने। तो आंसर आ गया 5 11/2 6 13/2। तो इस तरीके दे नाल आप संख्यावां नूं आराम नाल हल कर सकते हैं, वटियां दे विच उलझन की फिर लोड़ नहीं पैंदी। अगे उदाहरण देखो, A बराबर है 7, D बराबर है -4। तो पहली रकम होगी 7, दूसरी अंतर जुड़िया है, पर उरे क्योंकि माइनस है तो ऑब्वियसली असल दे विच अंतर की होना है, घटा होना है। 7 चो 4 घटाए 3। अगला फिर 3 चो 4 घटाए -1, क्योंकि निशान वड्डी संख्या का आंदा हुंदा है। अगे -1 चो 4 घटाए -5। तो फिर संख्यावां अपने को आ गई। देखो इत्थे की हो गया, तुसी सीधा ये भी देख सकते हो, क्योंकि अंतर माइनस का है, घटा दा है। तो जे अंतर घटा दा है, जिहड़ी AP है वह घट दे क्रम दे विच होनी है, घट दे क्रम च होनी है ना। तो यदा मतलब जिहड़ा अंतर है वह घटना शुरू हो जाऊगा। पहला 7 चो 4 घटाते, फिर अगले चो 4 घटाते, फिर अगले चो 4 घटाते। तो इस तरीके दे नाल आपां इहनूं बड़े आसानी दे नाल हल कर सकते हैं। अगली संख्या -15 -4। हुण इत्थे आ गया, पहली रकम -15,
दूसरी घटा किता प्लस माइनस 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 19 अगे प्लस माइनस 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 23 इस तो बाद प्लस माइनस 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 27 तो जो पहलियां चार रकमां बन गई इस एपी दियां माइनस 15 माइनस 19 माइनस 23 ते माइनस 27 तो यह हो गया देखो अपने को एपी का जिथे आपां किसी भी ए ते डी दे विच रकम पता कर सकते हैं या कई बार की हुंदा है क्वेश्चन किवें दे दिंदे है अगला क्वेश्चन दिती एपी दे अगले दो पद पता करो इत्थे तो आपां नूं पहली रकम ते अंतर दिता होया सी हुण मैं जे इत्थे गल करां आ दिता अगले दो पद कहते तो देखो सीधा कर सकते हैं अंतर किन्ने किन्ने दा प्लस 5 जो अंतर है वो किन्ना प्लस 5 है ना तो यदा मतलब की हो गया अगर आ 16 है उन्हें तीन संख्यावां आपां दित्तियां हुई हैं तो चौथी रकम फिर केड़ी होगी 5 जोड़ते किन्ना आ गया 21 तो पंजवां पद केड़ा होना फिर ये फिर 5 जोड़ देंगे 21 दे विच किन्ना आ गया 26 तुसीं सीधा भी लिख सकते हो 6 ते 5 11 11 ते 5 16 16 ते 5 21 21 ते 5 26 तो इसनूं आपां सीधा भी लिख सकते हैं होर इस तरह के उदाहरण आपां करते हैं ये पहली उदाहरण सी आ गया अगले दो पद पहला उरे अंतर देखो सब तो पहला उरे अंतर बहुत जरूरी है अंतर हाँ जी यह एपी घट दे क्रम दे विच है या वाधे क्रम दे विच है आ देखो आ छोटी है आ वड्डी है ਇਹਦਾ मतलब एपी वाधे क्रम दे विच है क्योंकि माइनस दी जिन्नी वड्डी हुंदी है उन्नी छोटी हुंदी है तो अंतर हो गया प्लस का किन्ने किन्ने का अंतर हो गया 3 3 का तो फिर 3 पद आपां नूं दित्ते होए ने चौथा पद 3 जोड़ता किन्ना आ गया 2 आ गया 3 चों 1 घटाया ते पंजवां पद किन्ना आ गया 2 + 3 5 आ गया तो देखो इस तरीके दे नाल तुसीं बहुत ध्यान नाल इहनूं की करना हल कर हुण एक उदाहरण आपां बटियां लई लैके चलदे हां 1 3/2 2 ਇਹਦੇ ਵਿੱਚ ਆਪਾਂ अगले दो पद पता करने हैं ਜਦੋਂ ਵਟੇ ਆ ਗਿਆ ਆਪਾਂ ਪਹਿਲਾਂ ਗੱਲ ਕੀਤੀ ਸੀ ਇੱਥੇ 2 ਹੈ ਨਾ ਤਾਂ ਆਪਾਂ ਕੀ ਕਰਾਂਗੇ ਇਹਨਾਂ ਦੋਹਾਂ ਦੇ ਜਿਹੜੇ ਹਰ ਹੈ ਉਹ ਵੀ ਕੀ ਕਰਾਂਗੇ 2 ਬਣਾਵਾਂਗੇ 2 ਨਾਲ ਗੁਣਾ 2 ਨਾਲ ਵੰਡ ਆ ਉਵੇਂ ਦਾ ਉਵੇਂ 2 ਨਾਲ ਗੁਣਾ 2 ਨਾਲ ਵੰਡ 2 एकम 2/2 3/2 4/2 तो मेरे ख्याल से देखो कितना सौखा बन गया अगर आ 2/2 है आ 3/2 है आ 4/2 है तो अगली रकम की होगी 5/2 उदू बाद की होगी 6/2 जे कोई होर संख्या कहती है आपां नूं 7/2 तो 6/2 नूं आपां कैंसल करके की लिख सकते हैं 3 लिख सकते हैं ना तो तीसरा चौथा पद आ गया 5/2 तो अगला पद की आ गया 3 तो यह अपने कोले एपी दे बेसिक्स के एपी की हुंदी है अंतर किवें पता करना है तो अगली 1-2 रकमां किवें पता करनी है इस तो बाद जो आप अगले लैक्चर गल करांगे उन्हें जनरलाइज रूप च गल करांगे कि अगर इत्थे तो देखो आप गल की है तीजी अगलियां 2 रकमां मान लो इन्होंने कहता उन्हें 15वीं रकम पता करो 25वीं रकम पता करो वो किवें डायरैक्ट पता करांगे वो आप अगले लैक्चर गल करांगे थैंक यू।